ਤੁਹਾਡੇ ਕੋਲ ਵਾਪਸ ਆਉਣਾ ਬ੍ਰਿਗੇਡੀਅਰ ਸਾਹਿਬ, ਮੈਂ ਵਾਪਸ ਆਉਣਾ ਤੁਹਾਡੇ ਕੋਲ ਅਜੇਪਾਲ ਬਰਾੜ ਜੀ ਨੂੰ ਵੀ ਸ਼ਾਮਲ ਕਰਦੇ ਹਾਂ। ਅਜੇਪਾਲ ਜੀ, ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ, ਜਿਸ ਤਰ੍ਹਾਂ ਦਾ ਇੱਕ ਪ੍ਰੈਸ਼ਰ ਵੀ ਹੈ ਸਰਕਾਰ ਦੇ ਉੱਤੇ, ਪਰ ਸਰਕਾਰਾਂ ਨੇ ਤੇ ਜਿਹੜੀ ਇੱਕ ਤਰ੍ਹਾਂ ਦੀ ਜੇ ਕਹਿ ਦਈਏ ਡੀਪ ਸਟੇਟ ਨੇ ਡਿਸੀਜ਼ਨ ਉਹ ਲੈਣੇ ਹੁੰਦੇ ਨੇ ਜਿਹੜੇ ਇਤਿਹਾਸ ਦੇ ਐਕਸਪੀਰੀਅੰਸ ਹੁੰਦੇ ਨੇ, ਜਿਹੜਾ ਇੱਕ ਲੰਮਾ ਐਕਸਪੀਰੀਅੰਸ ਹੁੰਦਾ ਹਿਸਟਰੀ ਦਾ, ਉਹਦੇ 'ਚੋਂ ਹੀ ਚੀਜ਼ਾਂ ਰਿਸਪੌਂਡ ਹੁੰਦੀਆਂ ਨੇ। ਜਾਂ ਤੁਹਾਡਾ ਸਮਾਂ ਸਥਾਨ ਸਥਿਤੀਆਂ ਮੁਤਾਬਕ ਰਿਸਪੌਂਡ ਹੁੰਦਾ, ਜਾਂ ਤੁਸੀਂ ਆਪਣੇ ਪਰ ਤੋਲਦੇ ਹੋ ਕਿ ਸਾਨੂੰ ਕਿਹੜੀ ਪੋਜੀਸ਼ਨ। ਔਰ ਇਹ ਕਿਹਾ ਜਾਂਦਾ ਹੈ ਆਰਮੀ ਦੇ ਅੰਦਰ ਹੀ ਨਹੀਂ, ਯੁੱਧਾਂ ਦੀ ਇੱਕ ਪੱਕੀ ਪਾਲਿਸੀ ਹੈ ਕਿ ਜੇ ਦੁਸ਼ਮਣ ਨੇ ਅੱਜ ਅਟੈਕ ਕਰਤਾ ਤੁਸੀਂ ਰਿਐਕਟ ਨਾ ਕਰੋ, ਤੁਸੀਂ ਆਪਣੀ ਪੋਜੀਸ਼ਨ ਆਪ ਲਓ, ਨਾ ਕਿ ਕੋਈ ਦੂਜਾ ਤੈਅ ਕਰੇ, ਨਾ ਕਿ ਚੀਨ ਕਰੇ ਅੱਜ ਉਹਨਾਂ ਨੇ ਕਰਤਾ ਅਸੀਂ ਰਿਐਕਟ ਕਰੀਏ। ਤੁਹਾਨੂੰ ਕੀ ਲੱਗਦਾ ਚੀਜ਼ਾਂ ਕਿਸ ਤਰੀਕੇ ਦੇ ਨਾਲ ਕਿੱਧਰ ਨੂੰ ਸ਼ੇਪ ਲੈਣਗੀਆਂ? ਯਾਦਵਿੰਦਰ ਜੀ, ਸੋਲਿਊਸ਼ਨ ਜਿਵੇਂ ਆਪਾਂ ਕਿਹਾ ਕਿ ਅਖੀਰ ਸੋਲਿਊਸ਼ਨ ਤਾਂ ਹਮੇਸ਼ਾ ਹੀ ਸਿਆਸੀ ਹੁੰਦਾ, ਪਰ ਸਿਆਸੀ ਸੋਲਿਊਸ਼ਨ ਤੱਕ ਪਹੁੰਚਣ ਵਾਸਤੇ ਸਟੇਟ ਜਿਹੜੀ ਆ ਉਹ ਅੱਡ-ਅੱਡ ਆਪਦੇ ਅੰਗਾਂ ਦੀ ਵਰਤੋਂ ਕਰਦੀ ਆ। ਡਿਪਲੋਮੈਸੀ ਇੱਕ ਅੰਗ ਆ ਉਹਦਾ, ਫੌਜ ਉਹਦਾ ਇੱਕ ਅੰਗ ਆ, ਤੇ ਜਿਵੇਂ ਉਹਨੇ ਇਕਨੋਮਿਕ ਅੰਬਾਰਗੋ ਲਗਾਉਣੇ ਆ ਉਹ ਇੱਕ ਅੰਗ ਆ। ਹੋਰ ਵੀ ਉਹਦੇ ਬਹੁਤ ਐਸੇ ਅੰਗ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਮੈਨੀਫੈਸਟ ਕਰਦੀ ਆ। ਕਿਹੜੇ ਅੰਗ ਨੂੰ ਕਿੰਨਾ ਵਰਤਣਾ ਹੈ ਇਹ ਸਟੇਟ ਨੇ ਉਸ ਸਮੇਂ ਦੀ ਮੌਜੂਦਾ ਸਿਚੁਏਸ਼ਨ 'ਚੋਂ ਵੇਖਣਾ, ਉਸ ਸਥਿਤੀ 'ਚੋਂ ਵੇਖਣਾ। ਹੁਣ ਉਹ ਸਥਿਤੀ ਕਿਸ ਚੀਜ਼ ਤੋਂ ਡਿਟਰਮਿਨ ਹੋਊਗੀ? ਉਹ ਤਿੰਨ ਚੀਜ਼ਾਂ ਤੋਂ ਹੋਊਗੀ। ਇੱਕ ਤਾਂ ਇਹ ਦੇਖਣਾ ਪਊਗਾ ਕਿ ਚੀਨ ਦਾ ਜਿਹੜਾ ਇਹ ਮੌਜੂਦਾ ਐਕਸ਼ਨ ਆ ਇਹ ਉਸਨੇ ਕਿਹੜੀ ਕਾਰਨਾਂ ਕਰਕੇ ਕੀਤਾ ਹੈ। ਕੀ ਉਹ ਐਕਸ਼ਨ ਉਹਨੇ ਆਪਦੀ ਐਂਬੀਸ਼ਨ ਕਰਕੇ ਕੀਤਾ, ਉਹਨੂੰ ਲੱਗਦਾ ਕਿ ਹਾਂ ਵੀ ਮੈਂ ਇਹ ਕਰ ਸਕਦਾ, ਮੇਰੇ 'ਚ ਤਾਕਤ ਹੈ, ਸਮਰੱਥਾ ਹੈ? ਕੀ ਉਹਨੇ ਤਾਂ ਕੀਤਾ ਇਹ ਐਕਸ਼ਨ ਕਿ ਬਈ ਉਹ ਕਿਸੇ ਡਰ 'ਚੋਂ ਕੀਤਾ ਉਹਨੇ, ਜਾਂ ਇਹ ਰਿਐਕਸ਼ਨ ਕੀਤਾ, ਜਾਂ ਵਾਟਰ ਟੈਸਟ ਕਰ ਰਿਹਾ ਕੋਈ ਆਪਣਾ ਉਹ ਪ੍ਰੋਟੈਸਟ ਕਰ ਰਿਹਾ ਭਾਰਤ ਦੇ ਨਾਲ, ਉਹਦਾ ਕੋਈ ਜਿਹੜਾ US ਦੇ ਨਾਲ ਭਾਰਤ ਅਲਾਏ ਹੋ ਰਿਹਾ ਉਹਦਾ ਪ੍ਰੋਟੈਸਟ ਕਰ ਰਿਹਾ। ਉਸੇ ਤਰ੍ਹਾਂ ਜਿਹੜਾ ਵੀ ਭਾਰਤ ਜਿਹੜਾ ਵੀ ਤਾਲਮੇਲ ਬਿਠਾਊਗਾ ਡਿਪਲੋਮੈਸੀ ਦਾ, ਮਿਲਟਰੀ, ਜਦੋਂ ਆਪਾਂ ਮਿਲਟਰੀ ਆਪਸ਼ਨ ਕਹਿੰਦੇ ਹਾਂ, ਮਿਲਟਰੀ ਆਪਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਸਿੱਧਾ ਜੰਗ ਤੇ ਹੀ ਜਾਂਦੇ ਰਹਿਣਾ। ਮਿਲਟਰੀ ਆਪਸ਼ਨ ਦਾ ਇਹ ਵੀ ਮਤਲਬ ਹੁੰਦਾ ਕਿ ਬਿਲਡਅਪ ਕਰਕੇ ਆਪਦੀ ਸਟਰੈਂਥ ਦਿਖਾਉਣਾ ਦੁਸ਼ਮਣ ਨੂੰ। ਜੇ ਉਦੋਂ ਅਗਲੀ ਸਟੇਜ ਹੁੰਦੀ ਹੈ ਮਿਲਟਰੀ ਕੁਐਸ਼ਨ ਦੀ, ਜਿਹੜੀ ਚੀਨ ਕਰ ਰਿਹਾ ਕਿ ਹਾਂ ਥੋੜੀ ਬਹੁਤ ਧੱਕਾ ਕੁਐਸ਼ਨ ਕਰਨਾ, ਤੇ ਜੰਗ ਤਾਂ ਬਹੁਤ ਅਖੀਰਲੇ ਸਟੇਜ ਤੇ ਆਉਂਦੀ ਆ। ਪਰ ਇਹ ਸਾਰੀਆਂ ਚੀਜ਼ਾਂ ਦਾ ਤਾਲਮੇਲ ਚੱਲਦਾ ਹੈ। ਉਸੇ ਤਰ੍ਹਾਂ ਸਾਹਮਣੇ ਉਹ ਚੀਨ ਵੀ ਦੇਖੂਗਾ ਕਿ ਭਾਰਤ ਦੇ ਅੰਦਰ ਉਹ ਭਾਰਤ ਕਿਸ ਤਰੀਕੇ ਨਾਲ, ਉਹਦੇ ਪੋਲੀਟੀਕਲ ਸਿਚੁਏਸ਼ਨ ਕੀ ਆ, ਭਾਰਤ ਦੀ ਸਮਰੱਥਾ ਕੀ ਆ, ਤਾਂ ਉਹ ਇੱਕ ਸੋਲਿਊਸ਼ਨ, ਇੱਕ ਪੋਲੀਟੀਕਲ ਸੋਲਿਊਸ਼ਨ ਤੇ ਪਹੁੰਚੂਗਾ। ਇੱਕ ਇਹ ਨਹੀਂ, ਇਹ ਬਾਈਨਰੀ 'ਚ ਨਹੀਂ ਆਪਾਂ ਕਦੀ ਗੱਲ ਕਰ ਸਕਦੇ ਕਿ ਇਹ ਮਿਲਟਰੀ ਸੋਲਿਊਸ਼ਨ ਕਰਨਾ ਹੈ ਕਿ ਡਿਪਲੋਮੈਟਿਕ ਸੋਲਿਊਸ਼ਨ ਕਰਨਾ ਹੈ ਕਿ ਇਕਨੋਮਿਕ। ਇਹ ਸਾਰੇ ਚੀਜ਼ਾਂ ਦਾ ਇੱਕ ਤਾਲਮੇਲ ਬਿਠਾ ਕੇ ਦਬਾਅ ਪਾਉਣਾ ਪਊਗਾ। ਇੱਕ ਆਰਕੈਸਟਰਾ ਹੁੰਦਾ ਹੈ ਜੀ। ਬਿਲਕੁਲ ਅਜੇ ਜੀ, ਮੈਂ ਵਾਪਸ ਆਉਣਾ ਤੁਹਾਡੇ ਕੋਲ। ਸਾਡੇ ਨਾਲ KC ਸਿੰਘ ਜੁੜ ਚੁੱਕੇ ਨੇ, ਜਿਹੜੇ ਵਿਦੇਸ਼ ਨੀਤੀ ਦੇ ਮਾਹਰ ਨੇ, ਐਂਬੈਸਡਰ ਰਹੇ ਨੇ ਮੁਲਕਾਂ ਦੇ ਅੰਦਰ, ਔਰ ਲੰਮਾ ਸਮਾਂ ਭਾਰਤ ਸਰਕਾਰ ਦੇ ਨਾਲ ਇੱਕ ਵੱਡੇ ਅਫਸਰ ਦੇ ਤੌਰ ਤੇ ਕੰਮ ਕੀਤਾ, ਔਰ ਵੱਡੇ ਮਾਹਰ ਦੇ ਤੌਰ ਤੇ ਇਸ ਦੇਸ਼ ਦੇ ਅੰਦਰ ਗਿਣੇ ਜਾਂਦੇ ਨੇ। KC ਸਿੰਘ ਜੀ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਉੱਤੇ। ਸਰ ਮੇਰਾ ਪਹਿਲਾ ਸਵਾਲ ਜੀ KC ਸਿੰਘ ਸਰ, ਮੇਰਾ ਪਹਿਲਾ ਸਵਾਲ ਇਹ ਆ, ਤੁਹਾਨੂੰ ਕੀ ਲੱਗਦਾ ਵਿਦੇਸ਼ ਨੀਤੀ ਦੇ ਤੌਰ ਦੇ ਉੱਤੇ ਆਪਾਂ ਕਹੀਏ, ਜਾਂ ਟੋਟਲ ਜਿਹੜੀ ਦੋ ਤਰ੍ਹਾਂ ਦੀ ਸਮਝ ਬਣ ਰਹੀ ਹੈ ਇੰਟੈਲੈਕਚੁਅਲਾਂ ਦੇ ਅੰਦਰ, ਦੋ ਤਰ੍ਹਾਂ ਦੇ ਰਾਏ ਹੈਗੀ। ਇੱਕ ਰਾਏ ਹੈ ਕਿ ਹਮਲਾ ਕਰ ਦਿਓ, ਰਿਐਕਟ ਕਰੋ, ਪਰ ਆਮ ਤੌਰ ਦੇ ਉੱਤੇ ਇੱਕ ਪਾਲਿਸੀ ਹੁੰਦੀ ਹੈ ਕਿ ਕਿਸੇ ਨੇ ਦੁਸ਼ਮਣ ਨੇ ਰਿਐਕਟ ਕਰਨਾ, ਤੁਸੀਂ ਆਪਣੇ ਤਰੀਕੇ ਦੇ ਨਾਲ ਸਮਾਂ ਸਥਾਨ ਸਥਿਤੀਆਂ ਦੇਖਣੀਆਂ ਨੇ। ਔਰ ਤੁਹਾਨੂੰ ਕੀ ਲੱਗਦਾ ਜਦੋਂ UN ਦੇ ਅੰਦਰ ਸਿਕਿਉਰਿਟੀ ਕੌਂਸਲ 'ਚ ਸਾਨੂੰ 2 ਸਾਲ ਦੀ ਆਰਜੀ ਮੈਂਬਰਸ਼ਿਪ ਮਿਲੀ ਹੈ, ਉਹਨਾਂ ਪਲੇਟਫਾਰਮ ਦੇ ਉੱਤੇ ਜਾ ਕੇ ਡਿਪਲੋਮੈਸੀ ਤੇ ਪੋਲੀਟੀਕਲ ਹੱਲ ਇੰਪੋਰਟੈਂਟ ਆ, ਜਾਂ ਜਿਸ ਤਰ੍ਹਾਂ ਦਾ ਇਹ ਦਬਾਅ ਬਣ ਰਿਹਾ ਸਰਕਾਰ ਦੇ ਉੱਤੇ, ਲੋਕ ਵੀ ਕਹਿ ਰਹੇ ਨੇ, ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ, ਆਪਣੀਆਂ ਭਾਵਨਾਵਾਂ 'ਚੋਂ ਗੱਲ ਕਰਦੇ ਨੇ, ਤੁਹਾਨੂੰ ਕੀ ਲੱਗਦਾ ਸਹੀ ਡਾਇਰੈਕਸ਼ਨ 'ਚ, ਕਿਹੜੀ ਡਾਇਰੈਕਸ਼ਨ 'ਚ ਜਾਣਾ ਚਾਹੀਦਾ ਭਾਰਤ ਨੂੰ? ਦੇਖੋ ਕੀ ਗੱਲ ਹੈ, UN 'ਚ ਨਹੀਂ ਜਾਏਗਾ ਹਿੰਦੁਸਤਾਨ, ਨਾ ਸਾਨੂੰ ਜਾਣ ਦੀ ਲੋੜ ਹੈ ਜੀ, ਕਿਉਂਕਿ ਜੇ ਤੁਸੀਂ ਉੱਥੇ ਜਾਂਦੇ ਵੀ ਹੋ ਤਾਂ ਚੀਨ ਪਰਮਾਨੈਂਟ ਮੈਂਬਰ ਹੈ ਜੀ। ਉਹ ਰੈਜ਼ੋਲੂਸ਼ਨ ਉੱਥੇ ਪਾਸ ਨਹੀਂ ਕਰਨ ਵਾਲੇ, ਕਿਉਂਕਿ ਚੀਨ ਉਹਨੂੰ ਵੀਟੋ ਕਰ ਦੇਗਾ ਜੀ। ਔਰ ਦੂਸਰੀ ਗੱਲ, ਅਸੀਂ ਇਹਨੂੰ ਇੰਟਰਨੈਸ਼ਨਲਾਈਜ਼ ਕਿਉਂ ਕਰੀਏ? ਕਿਉਂਕਿ ਉਹ ਪਾਕਿਸਤਾਨ ਕੋਸ਼ਿਸ਼ ਕਰਦਾ ਹੈ ਕਸ਼ਮੀਰ ਨੂੰ ਇੰਟਰਨੈਸ਼ਨਲਾਈਜ਼ ਕਰਨ ਦਾ। ਹੁਣ ਸਾਨੂੰ ਸਮਝਣ ਦੀ ਗੱਲ ਇਹ ਹੈ ਕਿ ਇਹ ਮੁੱਦਾ ਜਿਹੜਾ ਹੈ, ਇਹਦੇ ਵਿੱਚ 3 ਦੇਸ਼ ਲਿਪਟ ਗਏ ਨੇ ਜੀ। ਇੱਕ ਪਾਸਿਓਂ ਨੇਪਾਲ ਵੀ ਉਸੇ ਏਰੀਆ ਨੂੰ ਪੂਰਾ ਵੱਲੋਂ ਦੇਖ ਰਿਹਾ ਹੈ, ਉੱਤੋਂ ਦੀ ਉੱਤਰ ਤੋਂ ਚੀਨ ਆ ਰਿਹਾ ਹੈ, ਇੱਧਰ ਦੇ ਪਾਸਿਓਂ ਪਾਕਿਸਤਾਨ ਹੈ। ਸੋ ਇਸ ਕਰਕੇ ਕਸ਼ਮੀਰ ਦੇ ਮੁੱਦੇ ਨੂੰ ਅਸੀਂ ਚੀਨ UN 'ਚ ਨਹੀਂ ਲਿਜਾਵਾਂਗੇ, ਕਿਉਂਕਿ ਉਹ ਫਿਰ ਇੰਟਰਨੈਸ਼ਨਲਾਈਜ਼ ਹੋ ਜਾਂਦਾ। ਹੋਣਾ ਉੱਥੇ ਕੁਝ ਹੈ ਨਹੀਂ ਜੀ। ਇਹ ਜਿਹੜਾ ਕੰਪੀਟੀਸ਼ਨ ਹੈ, 2 ਵੱਡੀਆਂ ਤਾਕਤਾਂ ਏਸ਼ੀਆ ਦੀਆਂ ਤਾਕਤਾਂ ਹੈਗੀਆਂ, ਦੋਨੋਂ ਉੱਭਰ ਰਹੀਆਂ ਜੀ, ਉਹਨਾਂ 'ਚ ਕੰਪੀਟੀਸ਼ਨ ਹੈ। ਇਹਦੇ ਕਈ ਕਾਰਨ ਹੋ ਸਕਦੇ ਹੈ, ਸ਼ੀ ਜਿਨਪਿੰਗ ਨੇ ਕਿਉਂ ਇਹ ਕੀਤਾ, ਲੇਕਿਨ ਮੈਂ ਅੱਜ ਇੱਕ
ਪੀਸ ਵੀ ਲਿਖਿਆ ਵਾਇਰ ਦੇ ਵਿੱਚ, ਇੰਟਰਨੈਟ ਤੇ ਹੈਗੀ ਐਸਆਈ, ਕਿ ਇਹਦੇ ਚ ਸਾਨੂੰ ਹੈਰਾਨੀ ਦੀ ਕੀ ਗੱਲ ਹੈ, ਕਿਉਂਕਿ ਜਦ ਅਸੀਂ ਆਰਟੀਕਲ 370 ਰੱਦ ਕੀਤਾ ਹੈ ਪਿਛਲੇ ਸਾਲ ਅਗਸਤ ਚ, ਫਿਰ ਮੋਦੀ ਹਾਊਡੀ ਮੋਦੀ ਦਾ ਅਸੀਂ ਪ੍ਰਾਈਮ ਮਿਨਿਸਟਰ ਗਏ ਨੇ ਹਿਊਸਟਨ ਚ, ਤੇ ਉੱਥੇ ਟਰੰਪ ਦੇ ਨਾਲ ਬੜਾ ਜਸ਼ਨ ਮਨਾਇਆ ਜੀ, ਤੇ ਚੀਨ ਨੇ ਉਸ ਵੇਲੇ ਜਦ ਅਸੀਂ 370 ਕੀਤਾ ਹੈ ਉਸ ਤੇ ਉਹਨਾਂ ਨੇ ਇਤਰਾਜ਼ ਜਤਾਇਆ ਸੀ। ਉਹਨਾਂ ਨੇ ਕਿਹਾ ਕਿ ਇਹ ਸਾਡੇ ਨੈਸ਼ਨਲ ਸਿਕਿਉਰਿਟੀ ਤੇ ਇੰਪੈਕਟ ਕਰ ਰਿਹਾ ਹੈ। ਸੋ ਸਾਨੂੰ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਜਿਹੜਾ ਪੰਗਾ ਹੈ, ਇਹਨਾਂ ਨੇ ਡੋਕਲਮ ਚ ਨਹੀਂ ਲਿਆ, ਇਹਨਾਂ ਨੇ ਉੱਤਰ ਚ ਨਹੀਂ ਲਿਆ, ਇਹਨਾਂ ਨੇ ਉੱਥੇ ਈਸਟਰਨ ਸੈਕਟਰ ਚ ਨਹੀਂ ਲਿਆ, ਇਹ ਆ ਕੇ ਐਸੀ ਜਗ੍ਹਾ ਲਿਆ ਜਿੱਥੇ ਕਿ 370 ਦਾ ਅਸਰ ਹੋਇਆ, ਕਿਉਂਕਿ ਜੰਮੂ ਕਸ਼ਮੀਰ ਨੂੰ 2 ਹਿੱਸਿਆਂ ਚ ਵੰਡਤਾ, ਲਦਾਖ ਦੀ ਨਵੀਂ ਯੂਨੀਅਨ ਟੈਰੀਟਰੀ ਬਣ ਗਈ, ਉਹਦੇ ਅਸੀਂ ਨਕਸ਼ੇ ਇਸ਼ੂ ਕਰਤੇ। ਨਕਸ਼ੇ ਇਸ਼ੂ ਕਰਨ ਨਾਲ ਨੇਪਾਲ ਨਾਲ ਸਾਡੀ ਮਤਭੇਦ ਵਿਗੜੇ, ਸਾਡੀ ਦੋਸਤੀ ਤੇ ਅਸਰ ਪਿਆ। ਉਹਨਾਂ ਦੀ ਪਾਰਲੀਮੈਂਟ ਨੇ ਇੱਕ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਕਿ ਨਹੀਂ ਜੀ, ਇਹ ਤਾਂ ਏਰੀਆ ਸਾਡਾ ਜਿਹੜਾ ਤੁਸੀਂ ਨਕਸ਼ੇ ਦੇ ਅੰਦਰ ਦਿਖਾ ਰਹੇ ਹੋ। ਔਰ ਉੱਪਰਲੇ ਪਾਸੇ ਤੋਂ ਚੀਨ ਆ ਗਿਆ। ਸੋ ਚੀਨ ਇਸ ਵੇਲੇ ਇੱਕ ਪਾਸੇ ਨੇਪਾਲ ਹੈ ਉਹਨਾਂ ਦੀ ਹਮਾਇਤ ਚ, ਕਿਉਂਕਿ ਉਹਨਾਂ ਦਾ ਬੜਾ ਅਸਰ ਹੈ ਇਸ ਵੇਲੇ ਨੇਪਾਲ ਦੀ ਸਰਕਾਰ ਤੇ, ਔਰ ਦੂਜੇ ਪਾਸੇ ਪਾਕਿਸਤਾਨ ਤਾਂ ਰਹਿੰਦਾ ਹੀ ਹਮੇਸ਼ਾ ਹੀ ਨਾਰਾਜ਼। ਤਾਂ ਇਹ ਸੋਚਣ ਦੀ ਗੱਲ ਇਹ ਹੈ ਕਿ ਇਹਦੇ ਚ ਇਹਨੂੰ ਕਿਵੇਂ ਵਾਪਸ ਲੈਣਾ, ਪ੍ਰੈਸ਼ਰ ਕਿਵੇਂ ਪਾ ਸਕਦੇ ਹਾਂ ਅਸੀਂ ਚੀਨ ਤੇ। ਜਿਵੇਂ ਮੇਰੇ ਤੋਂ ਪਹਿਲਾਂ ਜਿਹੜੇ ਬੋਲ ਰਹੇ ਸੀਗੇ, ਉਹਦੇ ਚ ਕਈ ਸਤਰ ਹੁੰਦੇ ਆ। ਡਿਪਲੋਮੇਸੀ ਦਾ ਦਰਵਾਜ਼ਾ ਖੁੱਲਾ ਰੱਖਾਂਗੇ, ਲੇਕਿਨ ਫੌਜ ਨੂੰ ਉੱਥੇ ਫੌਜ ਦਾ ਪ੍ਰੈਸ਼ਰ ਵਧਾਉਣਾ ਪਏਗਾ। ਅੱਜ ਸਾਡੇ ਜਹਾਜ਼ ਵਗੈਰਾ ਵੀ ਉੱਥੇ ਉੱਡ ਰਹੇ ਸੀ। ਇਹਦੇ ਚ ਵੀ ਕਈ ਤਰ੍ਹਾਂ ਦੀ ਗੱਲ ਹੈ ਕਿ ਚਾਹੇ ਸਾਡਾ ਬਜਟ ਚੌਥੇ ਤੀਜੇ ਹਿੱਸੇ ਦਾ ਹੋਵੇ ਚਾਈਨਾ ਨਾਲੋਂ, ਲੇਕਿਨ ਚਾਈਨਾ ਨੇ ਸਾਰਾ ਬਜਟ ਤਾਂ ਇਸ ਸਰਹੱਦ ਤੇ ਨਹੀਂ ਲਗਾਇਆ। ਉਹਨਾਂ ਦਾ ਇੰਡੋ ਪੈਸੀਫਿਕ ਚ ਬੜਾ ਜ਼ਿਆਦਾ ਕੰਪੀਟੀਸ਼ਨ ਹੈ। ਹੁਣ ਤਾਈਂ ਪ੍ਰੈਜ਼ੀਡੈਂਟ ਟਰੰਪ, ਅਮਰੀਕਾ ਦੀ ਸਰਕਾਰ ਖਾਸ ਨਹੀਂ ਸੀ ਬੋਲੀ, ਉਹਨਾਂ ਦੇ ਸੈਕਟਰੀ ਆਫ ਸਟੇਟ ਕੱਲ ਬੋਲੇ ਨੇ, ਲੇਕਿਨ ਉਹਨਾਂ ਦੇ ਅੱਜ ਸੈਨੇਟ ਮੈਜੋਰਿਟੀ ਲੀਡਰ ਨੇ ਜਿਹੜੇ ਰਿਪਬਲਿਕਨ ਨੇ ਸੈਨੇਟ ਦੇ ਵਿੱਚ, ਉਹਨਾਂ ਨੇ ਸਖਤ ਇਤਰਾਜ਼ ਜਤਾਇਆ ਇਸ ਗੱਲ ਤੇ ਕਿ ਚੀਨ ਨਾਲ ਦੇ ਦੇਸ਼ਾਂ ਦੀ ਸਰਹੱਦ ਪਾਰ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਇਸ ਕਰਕੇ ਚੀਨ ਇਹ ਵੀ ਦੇਖੇਗਾ ਕਿ ਦੂਜੇ ਦੇਸ਼ਾਂ ਦਾ ਇਸ ਦਾ ਕੀ ਰਿਐਕਸ਼ਨ ਆਉਂਦਾ ਹੈ। ਜੇ ਉਹ ਦੇਖਣਗੇ, ਕਿਉਂਕਿ ਸਾਡੇ ਨਾਲ ਅਸੀਂ ਦੇਖੀਏ ਕੁਆਡ ਕਹਿੰਦੇ ਆ ਉਹਨੂੰ, ਅਮਰੀਕਾ, ਅਸੀਂ ਆਸਟ੍ਰੇਲੀਆ, ਜਾਪਾਨ, ਅਸੀਂ ਗਰੁੱਪ ਬਣਾਇਆ ਹੈ। ਉਹ ਗਰੁੱਪ ਵੱਧ ਵੀ ਸਕਦਾ ਹੈ। ਇਹ ਏਸ਼ੀਆ ਦੀਆਂ ਡੈਮੋਕ੍ਰੇਸੀਜ਼, ਅਮਰੀਕਾ ਤੇ 3 ਏਸ਼ੀਆ ਦੀਆਂ ਵੱਡੀਆਂ ਡੈਮੋਕ੍ਰੇਸੀਜ਼ ਏਸ਼ੀਆ ਪੈਸੀਫਿਕ ਦੀਆਂ, ਉਹਦੇ ਚ ਕੱਲ ਨੂੰ ਇੰਡੋਨੇਸ਼ੀਆ ਵੀ ਆ ਸਕਦਾ ਹੈ, ਕਿਉਂਕਿ ਇਹ ਸਾਰੇ ਦੇਸ਼ਾਂ ਨਾਲ ਇਹਨਾਂ ਨੇ ਸਮੁੰਦਰ ਦੇ ਜਿਹੜੇ ਹਿੱਸੇ ਉਹਨਾਂ ਨਾਲ ਲੱਗਦੇ ਆ ਚੀਨ ਦਾ, ਉਹਨਾਂ ਨੇ ਪੰਗਾ ਲਿਆ ਹੋਇਆ ਹੈ ਹਰੇਕ ਨਾਲ, ਸਾਊਥ ਚਾਈਨਾ ਸੀ ਚ, ਈਸਟ ਚਾਈਨਾ ਸੀ ਚ। ਸੋ ਚੀਨ ਇਹ ਵੀ ਦੇਖੇਗਾ ਕਿ ਇਹ ਬਾਕੀ ਦੇਸ਼ਾਂ ਦਾ ਕੀ ਰਿਐਕਸ਼ਨ ਆਉਂਦਾ ਹੈ। ਜੇ ਬਾਕੀ ਦੇਸ਼ ਨਹੀਂ ਰਿਐਕਟ ਕਰਦੇ, ਹਿੰਦੁਸਤਾਨ ਇਕੱਲਾ ਰਹਿੰਦਾ ਹੈ, ਤਾਂ ਚੀਨ ਦਾ ਇੱਕ ਰਵੱਈਆ ਹੋਊਗਾ। ਲੇਕਿਨ ਜੇ ਬਾਕੀ ਦੇ ਦੇਸ਼ ਹਿੰਦੁਸਤਾਨ ਵੱਲ ਆਉਂਦੇ ਆ, ਉਹ ਸਮਝਦੇ ਆ ਕਿ ਜੇ ਚੀਨ ਇਹੀ ਦੀ ਗੱਲ ਕਰੇਗਾ ਤੇ ਸਾਨੂੰ ਇਕੱਠੇ ਹੋ ਕੇ ਇਸ ਚ ਇਕੱਠੇ ਰਹਿਣਾ ਚਾਹੀਦਾ, ਉਹਦਾ ਅਸਰ ਪਏਗਾ ਚੀਨ ਤੇ। ਨਾ ਇਹ ਚੀਨ ਇਹ ਵੀ ਸੋਚੇਗਾ ਕੱਲ ਨੂੰ ਸਾਡੀ ਮਾਰਕੀਟ ਬਹੁਤ ਵੱਡੀ ਹੈ, ਉਹਦੇ ਚ ਅਸੀਂ 3-4 ਸਟੈਪ, ਕੁਛ ਤਾਂ 1-2 ਕੰਪਨੀਆਂ ਦੇ ਤਾਂ ਅਸੀਂ ਹੁਣੇ ਕੰਟਰੈਕਟ ਕੈਂਸਲ ਕਰਤੇ। ਨਾ ਸਾਰੀ ਚੀਜ਼ ਇਕੱਠੀ ਨਹੀਂ ਹੋ ਸਕਦੀ। ਦੂਜੇ ਹੁੰਦੇ ਆ ਕਿ ਕਈ ਐਸੇ ਕੰਟਰੈਕਟ ਹੁੰਦੇ ਆ ਜਿਹਦੇ ਚ ਇੰਟਰਨੈਸ਼ਨਲ ਫੰਡਿੰਗ ਹੋਵੇ, ਵਰਲਡ ਬੈਂਕ ਦਾ ਪ੍ਰੋਜੈਕਟ ਹੈ, ADB ਦਾ ਪ੍ਰੋਜੈਕਟ ਹੈ, ਉਹ ਤੁਸੀਂ ਕੱਟ ਨਹੀਂ ਸਕਦੇ, ਉਹਨੂੰ ਕੱਟੋਗੇ ਤਾਂ ਫਿਰ ਉਹ ਪ੍ਰੋਜੈਕਟ ਚਲੇ ਜਾਏਗਾ। ਸੈਕੰਡ ਇਹ ਹੁੰਦਾ ਕਿ ਜਿਹੜੀਆਂ ਚੀਜ਼ਾਂ ਚੀਨ ਤੋਂ ਆ, ਟੈਲੀਵਿਜ਼ਨ ਆ ਰਹੇ ਨੇ, ਟੈਲੀਫੋਨ ਆ ਰਹੇ ਨੇ, ਉਹਨਾਂ ਤੇ ਜਿਵੇਂ ਅਮਰੀਕਾ ਨੇ ਕੀਤਾ ਸੀ, ਤੁਸੀਂ ਡਿਊਟੀਆਂ ਵਧਾ ਦਿਓ। ਗਵਰਨਮੈਂਟ ਨੇ ਇੱਕ ਲਿਸਟ ਬਣਾਈ ਹੈ 300 ਆਈਟਮਸ ਦੀ, ਉਹਨਾਂ ਤੇ ਡਿਊਟੀਆਂ ਜਦ ਵਧਾ ਦੋਗੇ ਉਹ ਮਹਿੰਗੇ ਹੋ ਜਾਣਗੇ। ਮੈਂ ਬੰਦ ਕਰਨ ਦੀ ਲੋੜ ਨਹੀਂ ਹੋ ਜਾਂਦੀ, ਮਹਿੰਗੇ ਹੋ ਜਾਣਗੇ, ਉਹ ਨਾਲ ਦੂਜੇ ਕੰਪੀਟ ਕਰਨਗੇ ਜਿਨ੍ਹਾਂ ਦੀਆਂ ਚੀਜ਼ਾਂ ਸਸਤੀਆਂ, ਆਪਣੇ ਆਪ ਲੋਕ ਖਰੀਦਣੇ ਬੰਦ ਕਰ ਲੈਣਗੇ। ਜੇ ਖਰੀਦਣਗੇ ਤਾਂ ਸਰਕਾਰ ਨੂੰ ਉਹਦਾ ਨਫਾ ਹੋਏਗਾ। ਬਿਲਕੁਲ ਕੇਸੀ ਸਿੰਘ ਸਰ, ਇੱਕ ਸਵਾਲ ਇਹ ਸੀਗਾ ਸਰ, ਤੁਹਾਨੂੰ ਕੀ ਲੱਗਦਾਗਾ ਕਿ ਕਿ ਇੰਟਰਨੈਸ਼ਨਲ ਪੋਲਿਟਿਕਸ ਦਾ ਇੱਕ ਡਾਇਨਾਮਿਕਸ ਵੀ ਬਦਲ ਰਿਹਾ ਹੈਗਾ? ਜੇ ਆਪਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੇਖੀਏ, ਕੋਲਡ ਵਾਰ ਚੱਲਦੀ ਰਹੀ, ਰਸ਼ੀਆ ਬਨਾਮ ਜਿਹੜਾ ਅਮਰੀਕਾ ਡੋਮੀਨੇਟ ਕਰਦਾ, ਉਸ ਤੋਂ ਪਹਿਲਾਂ ਇੰਗਲੈਂਡ ਕਰਦਾ ਸੀ, ਪਰ ਉਸ ਤੋਂ ਬਾਅਦ